कई वहाँ पे अफ़गानिस्तान के ज़्यादा बंदे जो हैं वो ठीक भी हैं और ज़्यादा बंदे जो थे वो ठीक भी नहीं थे, क्योंकि हमको बार बार इसकी वजह से बोल रहे थे कि आप लोग यहाँ पे इस्लाम कबूल करो। ज़्यादा लोग गुराई साहिब गुरुद्वारे में जो हमला हो गया तो वहाँ पे और भी ऐसी शहीदी हो गई, जो टेररिस्ट अंदर घुस गए थे तो बम ब्लास्ट भी हो गए, क्योंकि सबको पता है वहाँ पे जो हालात गुजरी हुए, जो गुजरे पते हालात हैं सभी, तो उसकी वजह से प्रॉब्लम होते गए। आहिस्ता आहिस्ता वहाँ से सिख लोग जो हैं वहाँ से निकलते गए, क्योंकि सेफ्टी के लिए। ਕੁਝ ਬੰਦੇ ਠੀਕ ਨੇ, ਕੁਝ ਬੰਦੇ ਨਹੀਂ ਸੀ ਸਹੀ। ਜਿਹੜੇ ਨਹੀਂ ਸੀ ਸਹੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਧਰਮ ਪਰਿਵਰਤਨ ਜਿਹੜਾ ਕਰ ਲਵੋ, ਸਿੱਖੀ ਛੱਡ ਦਿਓ, ਪਰ ਇਹਨਾਂ ਨੇ ਸਿੱਖੀ ਛੱਡਣ ਦੀ ਬਜਾਏ ਮੁਲਕ ਛੱਡਣਾ ਹੀ ਜਿਹੜਾ ਉਹ ਵਾਜਬ ਸਮਝਿਆ। ਸੋ ਵੀਰ ਵੀ ਸਾਡੇ ਨਾਲ ਨੇ। ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਕੀ ਨਾਮ ਹੈ ਜੀ? सतपाल सिंह। और ज़्यादातर लोग कहते हैं इस्लाम कबूल करो, इसकी बहुत दिक्कत की। बच्चे स्कूल जाते थे, उसका जूड़ा पढ़ के दस्तार पे हाथ लगाते थे, फिर घर से बाहर नहीं निकलते थे। ਉਹ ਸਿੱਖ ਜਿਨ੍ਹਾਂ ਨੇ ਕਿਸੇ ਵੇਲੇ ਅਫਗਾਨਿਸਤਾਨ ਨੂੰ ਜਿੱਤਿਆ, ਉਹ ਸਿੱਖ ਜਿਨ੍ਹਾਂ ਨੇ ਕਦੇ ਅਫਗਾਨਿਸਤਾਨ ਦੇ ਵਿੱਚ ਖਾਲਸਾਈ ਨਿਸ਼ਾਨ ਝੁਲਾਏ ਹੋਣ, ਅੱਜ ਇਹ ਨੌਬਤ ਆ ਗਈ ਇੰਨੇ ਸਾਲਾਂ ਬਾਅਦ। ਇੱਕ ਜਰਨੈਲ ਦੇ ਬਾਝੋਂ ਅਜਿਹੀ ਨੌਬਤ ਆ ਗਈ ਕਿ ਦਸਤਾਰਾਂ ਨੂੰ ਹੱਥ ਜਿਹੜਾ ਨਿੱਕੇ ਨਿੱਕੇ ਬੱਚਿਆਂ ਦੀ ਪਾਇਆ ਜਾਣ ਲੱਗਾ। बस बहुत ज़्यादा अफसोस हो रहा था कि क्या हो गया, सारा कार बनिया हुई, बस वो सब कुछ छुड़ के आ गए, दुकान भी सब कुछ छुड़ के आ गए। तो मतलब ਹੁਣ ਉੱਥੇ ਸਰੂਪ ਕੋਈ नहीं, सिर्फ गुरु घर ने ਉੱਥੇ सेवा निभा रहे हैं। हाँ जी, सिर्फ गुरुद्वारे नहीं, जो कुछ कंस्ट्रक्शन के काम रह रहे थे, अभी कुछ संगत वहाँ पे बाकी सेवा के लिए रुकी हुई है, तो गुरु साहब सब यही लेके आ गए। उन्होंने तो फरमान ये है कि जो अभी जो संगत गई तो वो लोग कह रहे हैं कि क्यों गई है वापसी, तो उन लोगों भी अभी ये सोच रहे हैं कि अभी जो संगत गई है तो वापसी हालात ठीक हो के वजह से हम इनको वापसी बुला लेंगे। हमने पहले भी कहा जो गुरु साहब की जो शक्ति है जहाँ पे भी हो, वो शहर जो है लहरों बह रही है। जब अभी गुरु साहब है नहीं तो वहाँ के हालात दिन ब दिन और भी ख़राब होती जा रही हैं। ਆਪਾਂ ਬਹੁਤ ਲੱਕੀ ਹਾਂ ਕਿ ਆਪਾਂ ਇੱਕ ਬੜੇ ਸੋਹਣੇ ਮੁਲਕ ਦੇ ਵਿੱਚ ਆਏ ਆ। ਇੱਥੇ ਸਾਡੇ ਭੈਣ ਭਰਾ ਸਾਰੇ ਆਉਣਗੇ, ਇਹਨਾਂ ਦਾ ਫਿਊਚਰ ਹੁਣ ਇੱਥੇ ਸੇਫ ਹੋ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਟੈਲੀਵਿਜ਼ਨ ਤੇ ਮੈਂ ਹਾਂ ਹਰਮਨਪ੍ਰੀਤ ਸਿੰਘ। ਸੋ ਇਸ ਵੇਲੇ ਅਸੀਂ ਕੈਨੇਡਾ ਦੀ ਧਰਤੀ ਦੇ ਉੱਤੇ ਮੌਜੂਦ ਹਾਂ। ਸੋ ਜਿੱਥੇ ਇੱਕ ਪਾਸੇ ਪੱਛਮ ਦੇ ਵੱਲ ਮੁਲਕ ਕੈਨੇਡਾ, ਸੋ ਦੂਜੇ ਪਾਸੇ ਅਸੀਂ ਮਿਡਲ ਈਸਟ ਦੀ ਗੱਲ ਕਰਦੇ ਹਾਂ ਤਾਂ ਅਫਗਾਨਿਸਤਾਨ ਵੱਲ ਚਲੇ ਜਾਂਦੇ ਹਾਂ। ਅਫਗਾਨਿਸਤਾਨ ਜਿੱਥੇ ਕਿ ਸਿੱਖਾਂ ਨੇ ਅਫਗਾਨਿਸਤਾਨ ਨੂੰ ਕਿਸੇ ਵੇਲੇ ਫਤਿਹ ਕੀਤਾ। ਸੋ ਦੁਨੀਆ ਦੇ ਵਿੱਚ, ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕੋ ਵਾਰ ਅਜਿਹੀ ਵਾਰ ਹੋਇਆ ਕਿ ਕਿਸੇ ਸਿੱਖ ਜਰਨੈਲ ਨੇ ਅਫਗਾਨਿਸਤਾਨ ਨੂੰ ਫਤਿਹ ਕੀਤਾ ਹੋਵੇ। ਮਹਾਰਾਜਾ ਰਣਜੀਤ ਸਿੰਘ ਦੀ ਬਾਂਹ ਕਹੇ ਜਾਣ ਵਾਲੇ ਹਰੀ ਸਿੰਘ ਨਲੂਆ ਹੁਣਾਂ ਨੇ ਤੇ ਉਹਨਾਂ ਦੀ ਫੌਜ ਨੇ, ਸਿੰਘਾਂ ਨੇ ਉਸ ਵੇਲੇ ਅਫਗਾਨਿਸਤਾਨ ਨੂੰ ਫਤਿਹ ਕੀਤਾ। ਸੋ ਅੱਜ ਕਈ ਸੌ ਸਾਲ ਬਾਅਦ ਅਫਗਾਨਿਸਤਾਨ ਦੇ ਹਾਲਾਤ ਕੀ ਨੇ, ਕਈ ਸੌ ਸਾਲ ਬਾਅਦ ਅਫਗਾਨਿਸਤਾਨ ਦੇ ਵਿੱਚ ਕੀ ਕੁਝ ਹੋ ਰਿਹਾ ਹੈ, ਉੱਥੇ ਸਿੱਖਾਂ ਦੇ ਨਾਲ ਕੀ ਕੁਝ ਹੋ ਰਿਹਾ। ਸੋ ਆਪਾਂ ਅੱਜ ਸਾਰੀ ਉਸ ਤਰੀਕੇ ਦੇ ਨਾਲ ਗੱਲਬਾਤ ਕਰਾਂਗੇ। ਸੋ ਸਾਡੇ ਨਾਲ ਅਫਗਾਨਿਸਤਾਨ ਤੋਂ ਆਏ ਹੋਏ ਕੁਝ ਪਰਿਵਾਰ ਨੇ। ਸੋ ਸਾਰੇ ਆਪਾਂ ਜਾਣਦੇ ਹਾਂ ਕਿ ਅਫਗਾਨਿਸਤਾਨ ਦੇ ਵਿੱਚ ਪਿਛਲੇ ਲਗਭਗ 1.5 ਸਾਲ ਤੋਂ ਤਾਲਿਬਾਨ ਦੀ ਜਿਹੜੀ ਹਕੂਮਤ ਹੈ ਉਹ ਉੱਥੇ ਰਾਜ ਕਰ ਰਹੀ ਹੈ। ਸੋ ਤਾਲਿਬਾਨ ਦੀ ਹਕੂਮਤ ਦੇ ਵਿੱਚ ਸਿੱਖਾਂ ਦੇ ਨਾਲ ਕੀ ਕੁਝ ਹੋ ਰਿਹਾ, ਸਿੱਖਾਂ ਨਾਲ ਕਿਸ ਤਰੀਕੇ ਦਾ ਵਤੀਰਾ ਹੋ ਰਿਹਾ, ਆਪਾਂ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਸੋ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਛੋਟੇ ਛੋਟੇ ਬੱਚੇ ਤੇ ਪਰਿਵਾਰ ਹੈ ਜਿਹੜਾ ਤਾਲਿਬਾਨ ਦੇ ਰਾਜ ਤੋਂ ਉੱਥੋਂ ਉੱਠ ਕੇ, ਅਫਗਾਨਿਸਤਾਨ ਤੋਂ ਉੱਥੋਂ ਉੱਠ ਕੇ ਇੱਥੇ ਕੈਨੇਡਾ ਦੇ ਵਿੱਚ ਆ ਕੇ ਹੁਣ ਵਿਚਰ ਰਿਹਾ। ਸੋ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, वाहिगुरू जी की फतेह। ਕੀ ਨਾਮ ਹੈ ਵੀਰ ਜੀ? साम मनमीत सिंह। ਸਿੱਖਾਂ ਨੇ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਵੇਲੇ ਅਫਗਾਨਿਸਤਾਨ ਨੂੰ ਫਤਿਹ ਕੀਤਾ ਸੀ, ਜਿਹਦਾ ਕਿ ਜ਼ਿਕਰ ਅੱਜ ਵੀ ਗੋਰਿਆਂ ਦੀਆਂ ਕਿਤਾਬਾਂ ਦੇ ਵਿੱਚ ਮਿਲਦਾ, ਜਿਹਦਾ ਕਿ ਜ਼ਿਕਰ ਅੱਜ ਵੀ ਸਿੱਖ ਇਤਿਹਾਸ ਦੇ ਵਿੱਚ ਮਿਲਦਾ। ਸੋ ਕੀ ਵਜ੍ਹਾ ਹੋਈ ਕਿ ਸਿੱਖਾਂ ਨੂੰ ਵੀ ਅਫਗਾਨਿਸਤਾਨ ਤੋਂ ਜਾਣਾ ਪਿਆ? बस उधर के हालात ठीक नहीं से, जो बाद 2018 के बाद जो बम ब्लास्ट हो गए, जो साढ़े सिख परिवार के कई बंदे जो गुरुद्वारे कमेटी वाले जो थे, जो साढ़े प्रबंधक कमेटी वाले वो शहीद हो गए, तो उससे पहले भी हालात वहाँ के ठीक नहीं थे। तो उसके बाद तो बिल्कुल हालात ऐसे ही बिगड़ते गए, ऐसे आहिस्ता आहिस्ता और भी ख़राब हो। उसकी वजह से बस ऐसे ही आहिस्ता आहिस्ता सिख जो साढ़े फैमिली और फैमिली वाले थे आहिस्ता आहिस्ता निकलते गए, क्योंकि वहाँ पे फ़ीचर नहीं था, बच्चों की स्कूल की प्रॉब्लम थी, ऐसे ही कॉलेज की प्रॉब्लम थी, तो कई वहाँ पे अफ़गानिस्तान के ज़्यादा बंदे जो हैं वो ठीक भी हैं और ज़्यादा बंदे जो थे वो ठीक भी नहीं थे, क्योंकि हमको बार बार इसकी वजह से बोल रहे थे कि आप लोग यहाँ पे इस्लाम कबूल करो। ज़्यादा लोग वो जो ज़्यादा ठीक थे तो हमारे साथ जो उठते बैठते थे, जो लोग हमें हेल्प भी करते थे, क्यों नहीं ज़्यादा। उसके बाद आहिस्ता आहिस्ता जो 2018 के बाद ऐसे गुरुद्वारा साहब, गुराई साहिब गुरुद्वारे में जो हमला हो गया तो वहाँ पे और भी ऐसी शहीदी हो गई, जो टेररिस्ट अंदर घुस गए थे तो बम ब्लास्ट भी हो गए, क्योंकि सबको पता है वहाँ पे जो हालात गुजरे हुए, जो गुजरे पते हालात हैं सभी, तो उसकी वजह से प्रॉब्लम होते गए। आहिस्ता आहिस्ता वहाँ से सिख लोग जो हैं वहाँ से निकलते गए, क्योंकि सेफ्टी के लिए, क्योंकि बच्चों का फ्यूचर की सवाल भी है और हालात भी ठीक नहीं थे इस वजह से।
ਤਾਲਿਬਾਨ ਕਹਿੰਦਾ ਸੀ ਵੀ ਮੁਸਲਮਾਨ ਬਣ ਜਾਓ, ਸਿੱਖੀ ਛੱਡ ਦਿਓ। तालिबान ने तो ऐसा कुछ की नहीं, क्योंकि उन्होंने बिच्छों भी जो है कई बंदे ठीक हैं, कई बंदे ठीक नहीं। कई बंदे तो ठीक है, तालिबान जो हमारात के नाम पे हैं, उन लोगों ने, कई बंदों ने हमें किया भी है कि आप इस्लाम कबूल करो। जो बंदे वो पता ही नहीं लग रहे थे कौन तालिबान, जो असली बंदे जो वो हमें हेल्प भी किया, क्यों नहीं किया, उन लोगों ने हेल्प भी की, गुरुद्वारे के लिए सिक्योरिटी भी हमें दी थी, सब उन लोगों ने हमारा बंदोबस्त भी ज़्यादा किया था। ਸੋ ਕੁਝ ਬੰਦੇ ਠੀਕ ਨੇ, ਕੁਝ ਬੰਦੇ ਨਹੀਂ ਸੀ ਸਹੀ। ਜਿਹੜੇ ਨਹੀਂ ਸੀ ਸਹੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਧਰਮ ਪਰਿਵਰਤਨ ਜਿਹੜਾ ਕਰ ਲਵੋ, ਸਿੱਖੀ ਛੱਡ ਦਿਓ, ਪਰ ਇਹਨਾਂ ਨੇ ਸਿੱਖੀ ਛੱਡਣ ਦੀ ਬਜਾਏ ਮੁਲਕ ਛੱਡਣਾ ਹੀ ਜਿਹੜਾ ਉਹ ਵਾਜਬ ਸਮਝਿਆ। ਸੋ ਵੀਰ ਵੀ ਸਾਡੇ ਨਾਲ ਨੇ। ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? जी ਕੀ ਨਾਮ ਹੈ ਜੀ? सतपाल सिंह। ਸੋ ਸਤਪਾਲ ਸਿੰਘ ਬਾਈ, ਤੁਸੀਂ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਕੈਨੇਡਾ ਦੇ ਵਿੱਚ ਆਇਆ? ਅਫਗਾਨਿਸਤਾਨ ਨੂੰ ਛੱਡਿਆ ਕਿੰਨਾ ਵਕਤ ਹੋ ਗਿਆ? अफगानिस्तान छड़े 5 महीने हो गए, अब कनाडा 11 दिन हो गया हम आए। ਕੈਨੇਡਾ 11 ਦਿਨ, ਸੋ 5 ਮਹੀਨੇ। ਸੋ ਉਦੋਂ ਪਹਿਲਾਂ ਦਾ ਜਿਹੜਾ ਵਕਤ ਹੈ 11 ਦਿਨ ਤੋਂ ਪਹਿਲਾਂ ਦਾ, ਤੇ ਉਹ ਕਿੱਥੋਂ ਤੁਹਾਡਾ ਬਤੀਤ ਹੁੰਦਾ? और पहले दिल्ली था, फिर अफगानिस्तान में। अफगानिस्तान में बहुत बच्चे की मुश्किल थी पढ़ाई करने की, और उधर के लोग अच्छे लोग भी है, बुरे लोग भी है, और ज़्यादातर लोग कहते हैं इस्लाम कबूल करो। इसकी बहुत दिक्कत की, बच्चे स्कूल जाते थे, उसका जूड़ा पढ़ के दस्तार पे हाथ लगाते थे, फिर घर से बाहर नहीं निकलते थे। ਕੌਣ ਲਾਉਂਦਾ ਸੀ ਦਸਤਾਰ ਤੇ? मुसलमान के बच्चे। ਨਿੱਕੇ ਨਿੱਕੇ ਬੱਚੇ ਜਿਹੜੇ ਇਹਨਾਂ ਦੀਆਂ ਜਿਹੜੀਆਂ ਦਸਤਾਰਾਂ ਦੇ ਉੱਤੇ ਜਿਹੜਾ ਹੱਥ ਲਾਇਆ ਜਾਂਦਾ ਸੀ, ਸੋ ਉਹ ਸਿੱਖ ਜਿਨ੍ਹਾਂ ਨੇ ਕਿਸੇ ਵੇਲੇ ਅਫਗਾਨਿਸਤਾਨ ਨੂੰ ਜਿੱਤਿਆ, ਉਹ ਸਿੱਖ ਜਿਨ੍ਹਾਂ ਨੇ ਕਦੇ ਅਫਗਾਨਿਸਤਾਨ ਦੇ ਵਿੱਚ ਖਾਲਸਾਈ ਨਿਸ਼ਾਨ ਝੁਲਾਏ ਹੋਣ, ਅੱਜ ਇਹ ਨੌਬਤ ਆ ਗਈ ਇੰਨੇ ਸਾਲਾਂ ਬਾਅਦ ਇੱਕ ਜਰਨੈਲ ਦੇ ਬਾਝੋਂ ਅਜਿਹੀ ਨੌਬਤ ਆ ਗਈ ਕਿ ਦਸਤਾਰਾਂ ਨੂੰ ਹੱਥ ਜਿਹੜਾ ਨਿੱਕੇ ਨਿੱਕੇ ਬੱਚਿਆਂ ਦੀ ਪਾਇਆ ਜਾਣ ਲੱਗਾ। ਸੋ ਤੁਸੀਂ 5 ਮਹੀਨੇ ਕਿਹਾ ਕਿ 5 ਮਹੀਨੇ ਪਹਿਲਾਂ ਤੁਸੀਂ ਅਫਗਾਨਿਸਤਾਨ ਛੱਡਿਆ, ਸੋ ਉਸ ਤੋਂ ਬਾਅਦ ਤੁਸੀਂ ਛੱਡਣ ਤੋਂ ਬਾਅਦ ਪਹਿਲਾ ਜਿਹੜਾ ਤੁਹਾਡਾ ਫੇਰਾ ਆ, ਕਹਿ ਦਈਏ, ਕਿੱਥੇ ਹੁੰਦਾ, ਕਿੱਥੇ ਪਲਾਇਨ ਜਾਂਦਾ ਤੁਹਾਡਾ? दिल्ली। ਦਿੱਲੀ ਤੁਹਾਨੂੰ ਕੌਣ, ਭਾਰਤ ਹਕੂਮਤ ਹੈ ਜਿਹੜੀ ਸਰਕਾਰ ਹੈ, ਉਹਨਾਂ ਦੇ ਵੱਲੋਂ ਉੱਥੇ ਲਿਜਾਇਆ ਗਿਆ? भारत हुकूमत ने सारा वीज़ा दिया, हम दिल्ली आ गए। दिल्ली से फिर हम उधर थे, दिल्ली थे, और गुरुद्वारे कमेटी ने बहुत काम किया हमारे साथ, और बहुत हेल्प की है। ਗੁਰਦੁਆਰਾ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ? हाँ, गुरुद्वारे से कमेटी वालों। ਸੋ ਬਾਈ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਤਰਨ ਸਿੰਘ। ਤਰਨ ਸਿੰਘ ਜੀ। ਹਾਂਜੀ। ਸੋ ਦਿੱਲੀ ਦੇ ਵਿੱਚ ਤੁਸੀਂ ਰਹੇ ਲਗਭਗ 4 ਮਹੀਨੇ ਜਾਂ 5 ਮਹੀਨੇ ਉੱਥੇ ਰਹੇ ਹੋ। ਸੋ ਉੱਥੇ ਸਰਕਾਰ ਜਿਹੜੀ ਭਾਰਤ ਸਰਕਾਰ ਹੈ, ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇੱਥੇ ਰਹਿ ਲਵੋ, ਤੁਸੀਂ ਕੈਨੇਡਾ ਆ ਗਏ ਹੋ? नहीं उसने बोला कि इधर है, हमने बोला रे हमारा कारोबार नहीं थी उधर। पर 6 महीने के हम उधर रहे थे, फिर कनाडा आए थे 11 दिन। 11 दिनों के हम कनाडा आए थे। 11 ਦਿਨ ਹੋ ਗਏ ਕੈਨੇਡਾ ਆਇਆ। ਸੋ ਕਿੱਦਾਂ ਦਾ ਮਾਹੌਲ, ਕਿੱਦਾਂ ਦਾ ਸੀਗਾ ਜਦੋਂ ਪਤਾ ਲੱਗਿਆ ਵੀ ਤਖਤਾ ਪਲਟ ਹੋ ਗਿਆ? ਸਰਕਾਰ ਹੈ ਜਿਹੜੀ ਹੁਣ ਬਦਲੀ ਜਾ ਚੁੱਕੀ ਹੈ, ਜਿਹੜਾ ਰਾਸ਼ਟਰਪਤੀ ਅਫਗਾਨਿਸਤਾਨ ਦਾ ਆਪਾਂ ਸਭ ਨੇ ਦੇਖਿਆ ਕਿ ਉਹ ਮੁਲਕ ਛੱਡ ਕੇ ਕਿਸ ਤਰੀਕੇ ਦੇ ਨਾਲ ਉੱਥੋਂ ਚਲੇ ਗਏ। ਸੋ ਕੀ ਲੱਗਿਆ ਵੀ ਹੁਣ ਇੱਕ ਜਦੋਂ ਘਰ ਤੋਂ ਵੱਡਾ ਜਿਹੜਾ ਮੈਂਬਰ ਹੁੰਦਾ, ਉਹ ਜਦੋਂ ਚਲਾ ਜਾਂਦਾ ਬਿਨਾਂ ਦੱਸੇ ਕਿਤੇ ਚਲਾ ਜਾਵੇ, ਤਾਂ ਘਰ ਸੁੰਨਾ ਹੋ ਜਾਂਦਾ, ਮੁਲਕ ਸੁੰਨਾ ਹੋ ਗਿਆ ਸੀ? हाँ जी, बस अब तो इधर आए थे कि बच्ची की ज़िंदगी बन जाए, और हमारा को बच्चा है ना, इसके हेल्प हो जाएगी स्कूल में आस पास है। ਜਿਹੜੇ ਉੱਥਾ ਭਾਈਚਾਰਾ, ਮੁਸਲਮਾਨ ਭਾਈਚਾਰਾ ਜਾਂ ਜੇ ਕਹਿ ਦਈਏ ਵੀ ਅਫਗਾਨ ਦਾ ਭਾਈਚਾਰਾ, ਉਹਨਾਂ ਨੇ ਕਿਹਾ ਨਹੀਂ ਵੀ ਤੁਸੀਂ ਤਾਂ ਸਾਡੇ ਨਾਲ ਇੱਥੇ ਕਾਰੋਬਾਰ ਕੀਤਾ, ਤੁਸੀਂ ਸਾਡੇ ਨਾਲ ਰਹੇ ਹੋ, ਸਾਡੇ ਨਾਲ ਤਿਉਹਾਰ ਮਨਾਏ ਆ, ਤੁਸੀਂ ਨਾ ਛੱਡ ਕੇ ਜਾਓ? बस उससे हम बोले थे कि इस्लाम कबूल करो। बट के ये बच्चे के जूड़े पड़ रहे थे, हमने बोला कि हम इस्लाम कबूल के, हम अपने मज़हब में हैं, अपने मज़हब है, हमारे को गर्व मत करो। फिर हमने अफगानिस्तान छोड़िया, इधर आ गए थे। हाँ जी, वो तो बहुत प्रॉब्लम थी। ਸੋ ਹਾਲਾਤ ਦੱਸ ਰਹੇ ਨੇ ਬਾਈ ਹੁਣੀ ਕਿ ਕਿਸ ਤਰੀਕੇ ਦੇ ਨਾਲ ਅਫਗਾਨਿਸਤਾਨ ਇਹਨਾਂ ਨੇ ਛੱਡਿਆ। ਸੋ ਭੈਣਾਂ ਵੀ ਸਾਡੇ ਨਾਲ ਨੇ। ਭੈਣ ਸਤਿ ਸ਼੍ਰੀ ਅਕਾਲ ਜੀ। ਤੁਸੀਂ ਅੱਗੇ ਆ ਜਾਓ ਪਲੀਜ਼, ਆ ਜਾਓ ਭੈਣ ਜੀ। ਕੀ ਨਾਮ ਹੈ ਜੀ? जगमीत कौर। ਸੋ ਭੈਣ ਜਗਮੀਤ ਕੌਰ ਸਾਡੇ ਨਾਲ ਨੇ। ਭੈਣੇ, ਇੱਕ ਘਰ ਨੂੰ ਬਹੁਤ ਮਿਹਨਤ ਨਾਲ ਬਣਾਇਆ ਜਾਂਦਾ ਹੈ, ਬਹੁਤ ਮਿਹਨਤ ਕਰਕੇ ਇੱਕ ਘਰ ਨੂੰ ਦੂਣਾ ਕੀਤਾ ਜਾਂਦਾ ਹੈ। ਸੋ ਕਿੱਦਾਂ ਦਾ ਮਹਿਸੂਸ ਹੋਇਆ ਹੋਊਗਾ ਉਸ ਵੇਲੇ ਜਦੋਂ ਬਣੇ ਬਣਾਏ ਘਰਾਂ ਨੂੰ, ਭਰੇ ਭਰਾਏ ਘਰਾਂ ਨੂੰ ਛੱਡ ਕੇ ਆਪਣਾ ਮੁਲਕ ਜਦੋਂ ਛੱਡਣਾ ਪਿਆ ਤੁਹਾਨੂੰ? बस बहुत ज़्यादा अफसोस हो रहा था कि क्या हो गया, सारा कार बढ़िया हुई, बस वो सब कुछ छोड़ के आ गए, दुकान भी सब कुछ छोड़ के आ गए। ਯਾਦ ਆਉਂਦੀ ਹੈ ਘਰ ਦੀ ਵੀ ਜਿੰਨਾ? आती है ना, याद बहुत आती है, क्योंकि बच्ची की ज़िंदगी वापी नहीं थी ना। बच्चे इतने वाडी हो गए और कुड़ी इतनी वाडी हो गई, स्कूल भी कुछ भी न पढ़ी है। ਅਸੀਂ भी बाहर नहीं जा सकने हैं, अगर बाहर भी जाए सारा मुँह कजने आए ना, लिबास पहने बद बाहर जाने, ਜਿੱਦਾਂ ਮੁਸਲਮਾਨ ਭੈਣਾਂ ਬੁਰਕਾ ਪਾ ਕੇ ਰੱਖਦੇ ਨੇ ਉਸ ਤਰੀਕੇ ਨਾਲ? उस तरीके ਨੂੰ बाहर जाने। ਸੋ ਨਿੱਕੇ ਨਿੱਕੇ ਬੱਚੇ ਜਿਹੜੇ, ਇਹਨਾਂ ਦੀ ਜਿਹੜੀ ਜ਼ਿੰਦਗੀ ਦਾ ਸਵਾਲ ਸੀ ਜਿਸ ਕਰਕੇ ਇੱਥੇ ਆਉਣਾ ਪਿਆ ਇਹਨਾਂ ਨੂੰ। ਸੋ ਇੱਥੇ ਤੁਸੀਂ ਆਏ ਹੋ ਭਾਰਤ ਤੋਂ, ਪਹਿਲਾਂ ਤੁਸੀਂ ਅਫਗਾਨਿਸਤਾਨ ਤੋਂ ਭਾਰਤ ਗਏ, ਭਾਰਤ ਤੋਂ ਬਾਅਦ ਤੁਸੀਂ ਕੈਨੇਡਾ ਆਏ ਹੋ। ਸੋ ਇੱਥੇ ਕਿਹਨਾਂ ਦੀ ਬਦੌਲਤ ਪਹੁੰਚੇ ਹੋ?
इधर सानोता सपोर्ट जो हुआ है तो गवर्नमेंट की तरफ से सब सपोर्ट है, क्योंकि सानी जो अफ़गानिस्तान में जो जिस दिन जो हुकूमत पलटी थी ना, तो हम वहाँ पे एयरपोर्ट पे ही थे, तो एयरपोर्ट की वजह से वहाँ पे जो लिस्ट पास हो गई तो हमें वहाँ पे गवर्नमेंट ने हेल्प की। तो गवर्नमेंट की वजह से और हमारी जो साथ संगत है जो यहाँ पे कनाडा की जो साथ संगत है उन लोगों ने हेल्प की। उन लोगों ने यहाँ पे कुछ पेपर आगे पीछे दौड़े हमारे पीछे, जैसे संगत के काम के लिए कुछ उन्होंने काम किया, कुछ गवर्नमेंट की तरफ से हो गए, तो उसकी वजह से हम सुरक्षित कनाडा हमारी एंट्री होगी। ਸੋ ਅੱਜ ਹਾਲਾਤ ਉੱਥੇ ਕੀ ਨੇ? ਕੋਈ ਸਿੱਖ ਹੈ, ਕੋਈ ਗੁਰੂ ਘਰ ਦੇ ਵਿੱਚ ਸੇਵਾ ਸੰਭਾਲ ਵਾਲਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਪਾਵਨ ਸਰੂਪ ਉੱਥੇ ਹੈ? ਕਿਉਂਕਿ ਅਸੀਂ ਜੋ ਵੀਡੀਓਜ਼ ਦੇ ਵਿੱਚ ਦੇਖਿਆ ਜਾਂ ਜੋ ਖਬਰਾਂ ਦੇ ਵਿੱਚ ਸਾਡੇ ਸਾਹਮਣੇ ਤੱਕ ਗੱਲ ਆਈ ਹੈ, ਉਹ ਇਹ ਆਈ ਹੈ ਕਿ ਸਰੂਪ ਨੇ ਜਿਹੜੇ ਉੱਥੋਂ ਵਾਪਸ ਭਾਰਤ ਪੰਜਾਬ ਲੈ ਕੇ ਜਾ ਚੁੱਕੇ ਸੀਗੇ। हाँ जी, सब आ गए। अभी इसी दिनों में जो कुछ दिनों पहले आए थे तो वहाँ से एक गुरु पावन स्वरूप साहब जो है वहाँ से लेके आए अफ़गानिस्तान से, जो पहले छोटे नहीं थे, क्योंकि तालिबान ने कहा था कि हम नहीं छोड़ेंगे, आप यही रहोगे। ਕਬਜ਼ਾ ਕਰਨਾ चाਹੁੰਦਾ ਸੀ तालिबान ਸਰੂਪਾਂ ਤੇ। पता नहीं करना चाहा, उन्होंने कहा कि आप लोगों को नहीं जाना है, यहाँ पे रुको, इसलिए रुको कि आप लोग यहाँ पे हमारे शहर के बंदे हो, तो हम आपको छड़ के नहीं जाएंगे और गुरु साहब तो लेके नहीं जाएंगे, क्योंकि गुरु साहब की जो शक्ति है वो सबको पता है। जिस दिन गुरु साहब अपनी शक्ति दिखाएगा तो पता लगेगा। तो हुण जो हालात अफ़गानिस्तान चल रहे हैं तो बिल्कुल ठीक नहीं चल रहे, इसलिए क्योंकि साढ़ा हुण गुरु साहब वापसी आ गए अपनी जगह पे, इधर दिल्ली हो गए, गवर्नमेंट के वजह से भी हो गया, कुछ बंदे भी गुरुद्वारे के लिए रह रहे हैं कुछ बंदे, तो प्रॉब्लम अभी ज़्यादा है। तो अफ़गानिस्तान में अभी भी बहुत ज़्यादा प्रॉब्लम चल रही है। ਸੋ ਮਤਲਬ ਹੁਣ ਉੱਥੇ ਸਰੂਪ ਕੋਈ ਨਹੀਂ, ਸਿਰਫ ਗੁਰੂ ਘਰ ਨੇ ਉੱਥੇ ਸੇਵਾ ਨਿਭਾ ਰਹੇ ਨੇ। हाँ जी, सिर्फ गुरुद्वारे ने जो कुछ कंस्ट्रक्शन के काम रह रहे थे, अभी कुछ संगत वहाँ पे बाकी सेवा के लिए रुकी हुई है, तो गुरु साहब सब यही लेके आ गए हैं अभी कुछ। ਸੋ ਬਿਲਕੁਲ ਇੱਕ ਭਰੋਸੇ ਦੀ ਜਿਹੜੀ ਗੱਲ ਵੀ ਇਹਨਾਂ ਨੇ ਕੀਤੀ ਹੈ। ਇਹਨਾਂ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸ਼ਕਤੀ ਆ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ। ਬਿਲਕੁਲ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ, ਜ਼ਾਹਰਾ ਜ਼ਹੂਰ, ਚਵਰ ਛਤਰ, ਤਖਤ ਦੇ ਮਾਲਕ ਨੇ ਸਾਡੇ, ਉਹ ਸਰਬੱਤ ਦਾ ਭਲਾ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਨੇ। ਸੋ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਮਾੜਾ ਜਿਹਾ ਅੱਗੇ ਆ ਜਾਓ ਪਲੀਜ਼। ਕੀ ਨਾਮ ਹੈ ਜੀ ਤੁਹਾਡਾ? ਹਰਜੀਤ ਕੌਰ। ਸੋ ਹਰਜੀਤ ਕੌਰ ਜੀ, ਸੋ ਗੱਲ ਅਫਗਾਨਿਸਤਾਨ ਤੋਂ ਤੁਸੀਂ ਆਏ ਹੋ ਰਹੀ ਹੈ। ਸੋ ਭੈਣ ਹੁਣਾਂ ਨੂੰ ਮੈਂ ਸਵਾਲ ਇਹੀ ਕੀਤਾ ਸੀ ਵੀ ਬਣੇ ਬਣਾਏ ਘਰ ਜਿਹੜੇ ਛੱਡ ਕੇ ਆਉਣੇ ਬਹੁਤ ਔਖੇ ਨੇ, ਬਣੇ ਬਣਾਏ ਜਿਹੜੇ ਕਾਰੋਬਾਰ ਛੱਡਣੇ ਬਹੁਤ ਔਖੇ ਨੇ। ਸੋ ਇੱਥੇ ਤੁਸੀਂ ਆਏ ਹੋ, ਕੀ ਲੱਗਦਾ ਵੀ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਬੱਚਿਆਂ ਕਰਕੇ ਅਸੀਂ ਭੱਜੇ ਫਿਰਦੇ ਹਾਂ, ਇਹਨਾਂ ਬੱਚਿਆਂ ਕਰਕੇ, ਤਾਂ ਕਿ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਵੱਧ ਤੋਂ ਵੱਧ ਸੁਖਾਲੀ ਹੋ ਸਕੇ। ਸੋ ਕੀ ਲੱਗਦਾ ਵੀ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਬੱਚਿਆਂ ਦਾ ਹੁਣ ਫਿਊਚਰ ਬਣ ਸਕਦਾ? ਹਾਂਜੀ, ਬਣ ਸਕਦਾ ਜੀ? ਬਣ ਸਕਦਾ। ਸੋ ਬਣ ਸਕਦਾ। ਭੈਣ ਹੁਣੀ ਕਹਿੰਦੇ ਨੇ ਵੀ ਇਹ ਨਿੱਕੇ ਨਿੱਕੇ ਬੱਚੇ ਨੇ, ਇਹਨਾਂ ਦੀਆਂ ਦਸਤਾਰਾਂ ਨੂੰ ਹੱਥ ਪਾਇਆ ਜਾਂਦਾ ਹੈ, ਇਹ ਨਿੱਕੇ ਨਿੱਕੇ ਬੱਚੇ ਨੇ, ਜਦੋਂ ਇਹ ਸਕੂਲ ਜਾਂਦੇ ਆ ਤਾਂ ਇਹਨਾਂ ਦੀ ਜਿਹੜੀ ਉੱਤੇ ਦਸਤਾਰ ਬੰਨੀ ਹੁੰਦੀ ਹੈ ਉਹ ਲਾ ਲਈ ਜਾਂਦੀ ਹੈ। ਭੈਣਾਂ ਨੂੰ ਉੱਥੇ ਜਿਹੜੀਆਂ ਮੁਸਲਮਾਨ ਭੈਣਾਂ ਉਹਨਾਂ ਦੇ ਵਾਂਗ ਸਿੱਖ ਬੀਬੀਆਂ ਨੂੰ ਬੁਰਕਾ ਪਾ ਕੇ ਜਿਹੜਾ ਉੱਥੋਂ ਤੱਕ ਜਾਣਾ ਪੈਂਦਾ। ਸੋ ਇਹ ਹਾਲਾਤ ਨੇ ਜਿਹੜੇ ਇਸ ਵੇਲੇ ਅਫਗਾਨਿਸਤਾਨ ਦੇ ਬਾਈ ਹੁਣਾਂ ਵੱਲੋਂ ਦੱਸੇ ਗਏ ਆ। ਸੋ ਉਹਨਾਂ ਵੱਲੋਂ ਹੁਣ ਜਿਹੜੀ ਕਰੰਟ ਸਿਚੁਏਸ਼ਨ ਹੈ ਉਹਦੇ ਉੱਤੇ ਤਾਲਿਬਾਨ ਦਾ ਸਿੱਖਾਂ ਦੇ ਲਈ ਕੀ ਫਰਮਾਨ ਹੈ? उन्होंने तो फरमान ये है कि जो अभी जो संगत गई तो वो लोग कह रहे हैं कि क्यों गई है वापसी, तो उन लोगों भी अभी ये सोच रहे हैं कि अभी जो संगत गई है तो वापसी हालात ठीक हो के वजह से हम इनको वापसी बुला लेंगे, क्योंकि यहाँ पे जो ये बंदे रहेंगे तो सारी शान भी होगी, शान शौकत भी हमारी बनी होगी, क्योंकि इनके ऊपर हमारा शहर आबाद भी है। क्योंकि जब हमने पहले भी आप कहा जो गुरु साहब की जो शक्ति है जहाँ पे भी हो वो शहर जो है लहरों बहरी है। जब अभी गुरु साहब है नहीं तो वहाँ के हालात दिन ब दिन और भी ख़राब होती जा रहे हैं, क्योंकि जो साड़ी गुरु की शक्ति है तो सब ने पता। ਜਦੋਂ ਮੁੜ ਉੱਥੇ ਗੁਰੂ ਸਾਹਿਬ ਚਲੇ ਜਾਣਗੇ, ਚਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੈ ਜਾਣਗੇ, ਮੁੜ ਬਹਾਲ ਹੋ ਜਾਣੀ ਸਥਿਤੀ ਸਾਰੀ। हाँ जी, क्योंकि वो लोग भी समझ रहे हैं जो शक्ति गुरु साहब दी है, तो ये कि अब इस्लामिक मुमलकत है, जो इस्लामिक कंट्री है, तो वहाँ पे जो अपनी बातें भी करते हैं जैसे, क्योंकि दिक्कत हो जाती है हम लोगों को। जो अभी हमारी जो हमने पहले हमारा जो हमने 8 साल पढ़ाई की है, 8 साल के बाद उसके बाद हमने ठीक से पढ़ाई हुई ही नहीं, क्योंकि स्कूल पे हमारे साथ में बंदे हैं थे ही नहीं, तो ज़्यादा बंदे कुछ ठीक थे कुछ ख़राब भी थे, हमें छेड़ते थे कि क्या करते हो, ये करो वो करो, आओ इस्लाम कबूल कर दो, बस ये प्रॉब्लम हमारे, बस अभी वही सोच होती है। अभी बस अभी गुरु साहब से बहुत हम शुक्राना करते हैं जो हम वहाँ से निकल के आए भी हैं, तो दुख भी होता है क्योंकि अपनी कंट्री है, सब घर भी वैसे जैसे बनाते हैं हम लोग, बस पले बड़े वहीं पे हैं, तो दुख हो जाता है। क्योंकि जो हमारे सिखी स्थान गुरु साहब के स्थान है जो, वो हम बहुत खुश भी थे, तो हम से अभी बहुत खुश यहाँ पे इसलिए कि जो हमारे फ्यूचर अभी यहाँ पे ख़राब हो गया है, तो बच्चों के फ्यूचर ख़राब ना हो जाए। तो हम यहाँ पे जो जिन संगत ने हमें को हेल्प की हुई है, जो गवर्नमेंट ने हेल्प की हुई है, हम उनका बहुत दिल से शुक्रिया करते हैं, क्योंकि अब उसके बाद हमारे बच्चों के फ्यूचर आगे ठीक हो जाएंगे। ਸੋ ਭਾਈ ਸਾਹਿਬ ਉਹਨਾਂ ਨੇ ਗੱਲ ਕੀਤੀ ਹੈ ਕਿ
ਆਪਣਾ ਉੱਥੇ ਜਿਹੜਾ ਸਿੱਖਾਂ ਨੂੰ ਕਿਹਾ ਜਾਂਦਾ ਸੀ ਕਿ ਮੁਸਲਮਾਨ ਬਣ ਜਾਓ, ਸੋ ਕੋਈ ਆਪਣੇ ਸਿੱਖ ਸੀ ਜਿਨ੍ਹਾਂ ਨੇ ਡਰ ਕਰਕੇ ਤਾਲੀਬਾਨ ਦੇ ਮੁਸਲਮਾਨ ਬੰਨਾ ਕਬੂਲ ਕਰ ਲਿਆ ਹੋਵੇ? नहीं नहीं नहीं, ऐसा के सिख नहीं थे। ਉਹੀ ਗੁਰੂ ਸਾਹਿਬ ਦਾ ਜਿਹੜਾ ਥਾਪੜਾ ਈਨ नहीं ਮੰਨਣੀ। ना ना नहीं मन सिख बहुत लोग बोलते थे लड़ाई भी हम कर रहे थे। अफवाहें बहुत ज़्यादा थी कि आज कोई बंदा ये हो गया, क्योंकि हमें तो पता था कि कितने बंदे वहीं पे हैं, सब कुछ हमें पता लग रहा था। तो ऐसे ही है, डराया धमकाया भी हो सकता है ज़्यादा बंदों को। अफवाहें ज़्यादा फैली थी कि कोई सिख मुस्लिम बन गया है और ये हो गया, इस्लाम कबूल कर दिया उसने, ऐसी कोई बातें थी नहीं। ਤੁਹਾਡਾ ਅਫਗਾਨਿਸਤਾਨ ਸੀ ਇਹ, ਮਤਲਬ ਸੌਰੀ ਮਾਫ करना, ਮੁਲਕ ਅਫਗਾਨਿਸਤਾਨ 'ਚ ਕਿਹੜੀ ਸਿਟੀ ਸੀ ਤੁਹਾਡੀ? अफगानिस्तान जो है हम लोग जहाँ पे रहते थे वो जलालाबाद थी। ਕਿੰਨੀ ਕੁ ਸਿੱਖਾਂ ਦੀ ਆਬਾਦੀ ਸੀ ਉੱਥੇ? उथे था पहले बहुत ज़्यादा आबादी थी, जो इस टाइम जो 2018 के बाद वहाँ पे बंदे तकरीबन 60 या 70 बंदे थे। और काबुल में संगत ज़्यादा थी, 200-250 बंदे थे। ऐसे ही गज़नी में संगत थोड़ी ज़्यादा थी। ऐसे कंधार में भी से कंधार की संगत तो कुछ टाइम पहले ही यहाँ पे शिफ्ट हो गई है, आ गई, क्योंकि वो कुछ मनमीत सिंह पुलर की तरफ से जो फाउंडेशन था जी, तो उन लोगों ने हेल्प की, तो कंधार की जो संगत थी वो निकल गई। ਸਰਕਾਰ ਦੇ ਨਾਲ ਨਾਲ ਲੋਕਲ ਫਾਊਂਡੇਸ਼ਨ ਦੇ ਵੱਲੋਂ ਵੀ ਹੈਲਪ ਕੀਤੀ ਜਾ ਰਹੀ ਹੈ? हाँ जी आपके होती जा रही है। ਓਕੇ ਜੀ। हाँ जी, अभी तो हमने पहले भी आपको कहा कि जो अभी गवर्नमेंट की तरफ से जो बंदे हैं ना, तो अभी यहाँ पे शिफ्ट हो जाएंगे, तो उसके बाद जो कोई फाउंडेशन का जो काम चल रहा है और जो संगत हेल्प कर रही है, तो उसकी अभी और फैमिली के काम भी हो सकता है, और फैमिली भी आ जाए, जो उससे 900 बंदा तक है। ਤੁਸੀਂ ਸੱਤਾ ਦੇ ਵਿੱਚ ਤਖਤਾ ਪਲਟ ਹੁੰਦਾ ਵੇਖਿਆ, ਇੱਕ ਵੱਡੀ ਹਕੂਮਤ ਨੂੰ ਇੱਕ ਦੂਸਰੀ ਹਕੂਮਤ ਦੇ ਸਾਹਮਣੇ ਘੁੱਟਨੇ ਟੇਕਦੇ ਦੇਖਿਆ, ਸੋ ਕੀ ਲੱਗਦਾ ਵੀ ਜਿਹੜਾ ਸੱਤਾ ਪਲਟ ਹੈ ਕਿਸੇ ਵੀ ਮੁਲਕ ਦੇ ਵਿੱਚ ਉਹ ਉੱਥੋਂ ਦੀ ਆਵਾਮ ਦੇ ਲਈ ਫਾਇਦੇਮੰਦ ਹੁੰਦਾ ਹੈ ਜਾਂ ਕਿਤੇ ਨੁਕਸਾਨਦਾਇਕ ਹੁੰਦਾ? किधर अफगानिस्तान में? ਕਿਸੇ ਵੀ ਮੁਲਕ ਦੇ ਲਈ ਆਪਾਂ ਸੱਤਾ ਪਲਟ ਦੀ ਗੱਲ ਜੇ ਕਰਦੇ ਹਾਂ, ਕਿੰਨਾ ਕੁ ਉਹ ਸਹੀ ਰਹਿੰਦਾ, ਮਤਲਬ ਉਹ ਫਾਇਦੇ ਲਈ ਹੁੰਦਾ ਉਹਨਾਂ ਦੇ ਲੋਕਾਂ ਦੇ ਲਈ ਜਾਂ ਨੁਕਸਾਨ ਲਈ? नुकसान नहीं होता। ਸੱਤਾ ਪਲਟ ਨੁਕਸਾਨ ਲਈ ਹੁੰਦਾ ਜੀ। ਸੋ ਬਿਲਕੁਲ ਇੱਕ ਘਰ ਜਿਹੜੇ ਹੱਸਦੇ ਵਸਦੇ ਘਰ ਹੋਣ, ਉਹਨਾਂ ਨੂੰ ਛੱਡ ਕੇ ਆਏ ਹੋਣ। ਸੋ ਸਾਡੇ ਨਾਲ ਇੱਥੇ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਵੀ ਮੌਜੂਦ ਹੈ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਦਾ ਪੰਜਾਬ ਟਾਕ ਸ਼ੋ ਟੀਵੀ ਵਾਲਿਆਂ ਦਾ, ਜੋ ਅੱਜ ਸਾਡੇ ਪਾਸ ਖੁਸ਼ੀ ਦੀ ਗੱਲ ਹੈ ਕਿ ਅਫਗਾਨਿਸਤਾਨ ਤੋਂ ਫੈਮਲੀਆਂ ਆਈਆਂ ਨੇ। ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਲ ਮੋਢੇ ਨੂੰ ਮੋਢਾ ਲਾ ਕੇ ਜਿੰਨੇ ਜੋ ਗਏ ਸੀ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈਗਾ। ਤੇ ਬਾਈ ਜਸਵੀਰ ਸਿੰਘ ਜੀ, ਫੋਰ ਟਰੈਕ ਪ੍ਰਭਜੋਤ ਬਾਈ ਜੀ, ਤੇ ਬਾਈ ਸੁਲੱਖਣ ਸਿੰਘ ਜੀ, ਚਾਂਦਵੀਰ, ਸਾਰੇ ਇਸ ਟੀਮ ਹੈ ਜਿਹੜੀ ਅੱਜ ਜੋ ਇਹਨਾਂ ਦੀ ਨਵੀਂ ਬਿਲਡਿੰਗ ਦੀ ਓਪਨਿੰਗ ਹੋ ਰਹੀ ਹੈ, ਅਸੀਂ ਉਸ 'ਤੇ ਵੀ ਇਹਨਾਂ ਨੂੰ ਵਧਾਈਆਂ ਦਿੰਦੇ ਹਾਂ ਬਹੁਤ ਬਹੁਤ। ਤੇ ਇਹਨਾਂ ਨੇ ਵੱਧ ਚੜ੍ਹ ਕੇ ਦਿਲ ਖੋਲ੍ਹ ਕੇ ਜਿਹੜੀਆਂ ਇਸ ਫੈਮਲੀਆਂ ਆਈਆਂ ਨੇ, ਇਹਨਾਂ ਦੀ ਹੈਲਪ ਕਰਨ ਦਾ ਮੌਕਾ ਮਿਲਿਆ ਸਾਨੂੰ ਸਾਰਿਆਂ ਨੂੰ, ਤੇ ਵੱਧ ਚੜ੍ਹ ਕੇ ਸੇਵਾ ਵੀ ਕਰ ਰਹੇ ਨੇ। ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਤੇ ਭਾਈ ਮਨਮੀਤ ਸਿੰਘ ਭੁੱਲਰ ਤੇ ਉਹਨਾਂ ਦੀ ਫੈਮਿਲੀ ਦਾ, ਜਿਨ੍ਹਾਂ ਨੇ ਇੱਕ ਅੱਜ ਸਾਡੇ ਵਿਚਕਾਰ ਨਹੀਂ ਰਹਿ ਗਏ, ਤੇ ਉਹਨਾਂ ਨੇ ਇੱਕ ਸੁਪਨਾ ਲਿਆ ਸੀ ਕਿ ਸਾਡੇ ਵੀਰ ਜੋ ਜਦੋਂ ਪਤਾ ਨਹੀਂ ਕਦੋਂ ਗੋਲੀਆਂ ਵਰ ਜਾਣੀਆਂ ਉੱਥੇ ਆ ਕੇ, ਜਾਂ ਗੁਰੂ ਸਾਹਿਬ ਦੇ ਗੁਰੂ ਘਰ ਦੇ ਉੱਤੇ ਵੀ ਅਟੈਕ ਹੋ ਜਾਣੇ, ਤੇ ਵੀ ਕਿਉਂ ਨਾ ਅਸੀਂ ਇਹਨਾਂ ਨੂੰ ਉਪਰਾਲਾ ਕਰਕੇ ਇੱਥੇ ਬੁਲਾਈਏ। ਤੇ ਅੱਜ ਕੋਈ ਘੱਟੋ ਘੱਟ ਨਹੀਂ ਤਾਂ 200 ਫੈਮਿਲੀ ਮੈਂਬਰ ਜਿਹੜੇ ਹੈਗੇ ਆ ਚੁੱਕੇ ਨੇ। ਜ਼ਿਆਦਾ ਸਰੀ ਦੇ ਵਿੱਚ ਨੇ, ਕੁਝ ਵਿੰਡਜ਼ਰ ਦੇ ਵਿੱਚ ਨੇ, ਤੇ ਇਹ ਵੀ ਕੋਈ 5 ਫੈਮਲੀਆਂ ਸਾਡੇ ਕੋਲ ਪਿਛਲੇ 11 ਦਿਨਾਂ ਤੋਂ ਆਈਆਂ ਸੀਗੀਆਂ। ਤੇ ਅਸੀਂ ਜਿੰਨੀ ਜੋਗੇ ਸਾਰੇ ਰਲ ਕੇ ਗੁਰੂ ਸਾਹਿਬ ਦੀ ਸੇਵਾ, ਇਹਨਾਂ ਦੇ ਨਾਲ ਅਪਾਰ ਕਿਰਪਾ ਦੇ ਨਾਲ ਇਹਨਾਂ ਦੀ ਸੇਵਾ ਕਰ ਰਹੇ ਹਾਂ। ਠੀਕ ਹੈ। ਸੋ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਜਸਵੀਰ ਸਿੰਘ ਬਰਾੜ। ਸੋ ਬਾਈ ਜਸਵੀਰ ਸਿੰਘ ਬਰਾੜ ਜਿਹੜੇ ਨੇ ਫੋਰ ਟਰੈਕ ਤੋਂ ਸਾਡੇ ਨਾਲ ਨੇ। ਸੋ ਇੱਕ ਵੱਡਾ ਬਿਜ਼ਨਸ ਹੈ ਬਾਈ ਹੋਣਾ ਦਾ, ਟਰੱਕਾਂ ਦਾ। ਸੋ ਇਹਨਾਂ ਨੇ ਇੱਕ ਉਪਰਾਲਾ ਕੀਤਾ ਇੱਥੇ, ਜਿਹੜੇ ਅਫਗਾਨ ਤੋਂ ਆਏ ਹੋਏ ਸਾਡੇ ਵੀਰ ਭੈਣ ਸਿੱਖ ਜਿਹੜੇ ਉੱਥੋਂ ਆਏ ਹੋਏ ਨੇ, ਉਹਨਾਂ ਦੇ ਨਾਲ ਇੱਥੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੂੰ ਆਪਣੇ ਇੱਥੇ ਲੈ ਕੇ ਆਉਣ ਦਾ। ਸੋ ਬਾਈ ਜਿਹੜਾ ਬੇਸ਼ੱਕ ਦੀ ਆਪਾਂ ਸਾਰੇ ਸਿੱਖ ਹਾਂ, ਗੁਰੂ ਸਾਹਿਬ ਨੇ ਸਾਨੂੰ ਇੱਕ ਬਣਾ ਦਿੱਤਾ, ਜਿੱਥੇ ਸਾਨੂੰ ਖੰਡੇ ਬਾਟੇ ਦੀ ਪਾਹੁਲ ਦੇ ਦਿੱਤੀ, ਪਰ ਫਿਰ ਵੀ ਐਡਜਸਟਮੈਂਟ ਹੋ ਜਾਂਦੀ ਹੈ ਕਦੇ ਕਦੇ। ਉਹ ਡਿਫਰੈਂਟ ਮੁਲਕ ਤੋਂ ਆਏ ਆ। ਸੋ ਕੈਨੇਡਾ ਦਾ ਜਿਹੜਾ ਸਿੱਖ ਭਾਈਚਾਰਾ ਬਾਹਾਂ ਖੋਲ੍ਹ ਕੇ ਸਵਾਗਤ ਕਰਦਾ ਅਫਗਾਨਿਸਤਾਨ ਵਾਲੇ ਵੀਰਾਂ ਭੈਣਾਂ ਦਾ ਜੀ, ਬਹੁਤ ਜ਼ਿਆਦਾ ਹਰ ਤਰਫ ਤੋਂ ਹੈਲਪ ਕਰ ਰਹੇ ਸਾਰੇ। ਸੋ ਕਿਸ ਤਰੀਕੇ ਦਾ ਫੋਰ ਟਰੈਕ ਵੱਲੋਂ ਜਿਹੜਾ ਇੰਤਜ਼ਾਮ ਇੱਥੇ ਇਹਨਾਂ ਵੀਰਾਂ ਦੇ ਲਈ ਕੀਤਾ ਗਿਆ? ਫੋਰ ਟੈਕਸ ਦੇ ਵੱਲੋਂ ਖੁੱਲੀ ਆਫਰ ਆ, ਜੋ ਵੀ ਇਹਨਾਂ ਦੀ ਸਹਾਇਤਾ ਦੀ ਲੋੜ ਆ ਉਹ ਫੁੱਲ ਟਾਈਮ ਕਰਨੀ ਫੋਰ ਟੈਕਸ। ਸੋ ਬਾਈ ਹੁਣੀ ਕਹਿੰਦੇ ਨੇ ਜੀ, ਤਨੋਂ ਮਨੋਂ ਤਨੋਂ ਪੂਰੀ ਸੇਵਾ ਕਰਨੀ ਫੋਰ ਟੈਕਸ। ਸੋ ਬਹੁਤ ਵੱਡੀ ਗੱਲ ਹੈ ਜੀ ਕਿ ਤਨੋਂ ਮਨੋਂ ਤੁਹਾਨੂੰ ਇਸ ਵੇਲੇ ਜਿਹੜਾ ਸਿੱਖ ਭਾਈਚਾਰਾ, ਕੈਨੇਡਾ ਦਾ ਸਿੱਖ ਭਾਈਚਾਰਾ, ਸੋ ਇਹਨਾਂ ਦੇ ਨਾਲ ਮੋਢਾ ਜੋੜ ਕੇ ਖੜਾ। ਬਾਈ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਸ੍ਰੀ ਭਾਜੀ ਪਰਮਜੋਤ ਸਿੰਘ ਹੈ ਜੀ ਨਾਮ ਮੇਰਾ। ਸੋ ਬਾਈ ਪਰਮਜੋਤ ਸਿੰਘ ਜੀ, ਬਾਈ ਹੁਣਾਂ ਨੂੰ ਮੈਂ ਸਵਾਲ ਉਹੀ ਕਰਕੇ ਹਟਿਆ ਵੀ ਤੁਸੀਂ ਬਾਈ ਕਹਿੰਦੇ ਤਨੋਂ ਮਨੋਂ ਤੁਹਾਨੂੰ ਅਸੀਂ ਬਿਲਕੁਲ ਨਾਲ ਖੜੇ ਹਾਂ। ਸੋ ਇੱਥੇ ਇਸ ਸ਼ਹਿਰ ਦੀ ਅਸੀਂ ਗੱਲ ਕਰਦੇ ਹਾਂ, ਇੱਥੇ ਸਿੱਖਾਂ ਦੀ ਜਿਹੜੀ ਆਬਾਦੀ ਹੈ ਕੋਈ ਬਹੁਤੀ ਜ਼ਿਆਦਾ ਨਹੀਂ ਹੈਗੀ। ਸੋ ਰੈਦਰ ਦੈਨ ਇਹਨਾਂ ਨੂੰ ਕਿਸੇ ਹੋਰ ਪ੍ਰੋਵਿੰਸ ਭੇਜਣ ਨਾਲੋਂ ਇੱਥੇ ਹੀ ਸੈਟਲ ਕਰ ਲਿਆ ਜਾਵੇ, ਕਿ ਕੁਛ ਅਜਿਹੀ ਗੱਲਬਾਤ ਤੁਹਾਡੀ ਚੱਲ ਰਹੀ ਹੈ ਅੱਗੇ? ਫਿਲਹਾਲ ਕੋਸ਼ਿਸ਼ ਇਹੀ ਹੈ ਕਿ ਜੋ ਇਹਨਾਂ ਲਈ ਬੈਸਟ ਹੈ, ਜੋ ਉਹਨਾਂ ਨੂੰ ਠੀਕ ਲੱਗਦਾ ਉਹੀ ਕੀਤਾ ਜਾਊਗਾ।
ਸੱਤਾ ਬਟ ਜਿਹੜੀ ਆ ਜੀ ਉਹ ਫਾਇਦਾ ਤਾਂ ਕਿਤੇ ਵੀ ਨਹੀਂ ਹੁੰਦਾ, ਨੁਕਸਾਨ ਹੀ ਹੁੰਦਾ ਵਾ। ਬਹੁਤ ਲੋਕਾਂ ਨੂੰ ਆਪਣੇ ਘਰ ਛੱਡਣੇ ਪੈਂਦੇ ਆ, ਜਿਸ ਤਰ੍ਹਾਂ ਆਪਾਂ ਦੇਖ ਹੀ ਰਹੇ ਆ। ਆਪਾਂ ਬਹੁਤ ਲੱਕੀ ਆ ਕਿ ਆਪਾਂ ਇੱਕ ਬੜੇ ਸੋਹਣੇ ਮੁਲਕ ਦੇ ਵਿੱਚ ਆਏ ਆ। ਇੱਥੇ ਸਾਡੇ ਭੈਣ ਭਰਾ ਸਾਰੇ ਆਉਣਗੇ, ਇਹਨਾਂ ਦਾ ਫਿਊਚਰ ਹੁਣ ਇੱਥੇ ਸੇਫ ਹੋ ਜਾਊਗਾ। ਬਟ ਇਹ ਆ ਕਿ ਪਿੱਛੇ ਆਪਣੇ ਗੁਰੂ ਘਰ ਨੇ, ਉਹਨਾਂ ਦੀ ਸੇਵਾ, ਉਹਨਾਂ ਦੀ ਸੰਭਾਲ। ਵੈਸੇ ਤੇ ਕੋਈ ਕਰਨ ਵਾਲਾ ਕੌਣ ਹੁੰਦਾ, ਗੁਰੂ ਸਾਹਿਬ ਆਪ ਹੀ ਸਭ ਕੁਝ ਕਰਾਉਣ ਵਾਲੇ ਨੇ। ਬਟ ਫਿਰ ਵੀ ਆਪਣੀਆਂ ਕਮਿਊਨਿਟੀਜ਼ ਨੂੰ, ਆਪਣੀਆਂ ਵੱਡੀਆਂ ਜਿਹੜੀਆਂ ਪਾਵਰ ਤੇ ਜਿਹੜੇ ਲੋਕ ਬੈਠੇ ਨੇ, ਉਹਨਾਂ ਨੂੰ ਚਾਹੀਦਾ ਵਾ ਕਿ ਉਹ ਗੁਰੂ ਘਰਾਂ ਦੀ ਸੇਵਾ ਸੰਭਾਲ ਜਿਹੜੀ ਆ ਉਹ ਸਾਨੂੰ। ਸੋ ਬਿਲਕੁਲ ਗੁਰੂ ਘਰ ਜਿਹੜੇ ਪਿੱਛੇ ਰਹਿ ਗਏ ਨੇ, ਕਿਉਂਕਿ ਉਹ ਇੱਕ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਬਹੁਤ ਵੱਡਾ ਇੱਕ ਪੰਨਾ ਆ। ਉਹ ਪੰਨਾ ਸਿੱਖ ਇਤਿਹਾਸ ਨੇ ਉਸ ਵੇਲੇ ਲਿਖਿਆ ਜਿਸ ਵੇਲੇ ਅਫਗਾਨ ਦੇ ਵਿੱਚ ਬਹੁਤ ਜ਼ਿਆਦਾ ਅਫਗਾਨੀਆਂ ਦਾ ਜ਼ੋਰ ਸੀ। ਉਸ ਵੇਲੇ ਜਦੋਂ ਅਫਗਾਨਿਸਤਾਨ ਵੱਲ ਮੂੰਹ ਕਰਨ ਤੋਂ ਇੱਕ ਵੱਡੇ ਤੋਂ ਵੱਡਾ ਜਰਨੈਲ ਹੈ ਜਿਹੜਾ ਉਹ ਕੰਬਦਾ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦਾ ਉਹ ਰਾਜ, ਜਿਸ ਰਾਜ ਦੇ ਵਿੱਚ ਮਹਾਰਾਜ ਦੀ ਸੱਜੀ ਬਾਂਹ ਕਹੇ ਜਾਣ ਵਾਲੇ ਹਰੀ ਸਿੰਘ ਨਲੂਏ ਨੇ ਅਫਗਾਨ ਨੂੰ ਫਤਿਹ ਕੀਤਾ। ਅੱਜ ਵੀ ਹਰੀ ਸਿੰਘ ਜਿਹੜਾ ਨਲੂਆ, ਉਹਦੇ ਸੋਲੇ ਜਿਹੜੇ ਨੇ ਬਹੁਤ ਵੱਡੀਆਂ ਵੱਡੀਆਂ ਗੋਰਿਆਂ ਦੀਆਂ ਮੈਗਜ਼ੀਨਾਂ ਦੇ ਵਿੱਚ ਸਿੱਖ ਇਤਿਹਾਸ ਦੇ ਪੰਨਿਆਂ ਦੇ ਉੱਤੇ ਗਾਏ ਜਾਂਦੇ ਨੇ। ਇਤਿਹਾਸ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਸੋ ਇਹ ਸਾਰੇ ਦੇ ਸਾਰੇ ਜਿਹੜੇ ਪਿੱਛੇ ਤੁਸੀਂ ਵੇਖ ਸਕਦੇ ਹੋ, ਸਾਡਾ ਸਿੱਖ ਭਾਈਚਾਰਾ ਕੈਨੇਡਾ ਤੋਂ ਤੇ ਅਫਗਾਨ ਤੋਂ ਜਿਹੜੇ ਭਾਈਚਾਰਾ ਸਾਡੇ ਨਾਲ ਸੀਗਾ, ਅਸੀਂ ਦੇਖਿਆ ਸੀ, ਇਹਨਾਂ ਦੇ ਨਾਲ ਗੱਲਬਾਤ ਕੀਤੀ। ਇਹਨਾਂ ਨੇ ਦੱਸਿਆ ਕਿ ਕੀ ਹਾਲਾਤ ਨੇ, ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਣੇ ਕਿੰਨਾ ਹਾਲਾਤਾਂ ਦੇ ਕਰਕੇ ਉਹ ਮੁਲਕ ਹੈ ਜਿਹੜਾ ਛੱਡਣਾ ਪੈਂਦਾ, ਜਿਸ ਮੁਲਕ ਦੇ ਵਿੱਚ ਕਿਸੇ ਵੇਲੇ ਸਿੱਖਾਂ ਨੇ ਖਾਲਸਾਈ ਪਰਚਮ ਲਹਿਰਾਏ ਹੋਣ। ਸੋ ਉਮੀਦ ਹੈ ਕਿ ਸਰਕਾਰਾਂ ਨੇ ਜਿਹੜੀਆਂ, ਭਾਵੇਂ ਭਾਰਤ ਦੀ ਸਰਕਾਰ ਹੋਵੇ, ਭਾਵੇਂ ਕੈਨੇਡਾ ਦੀ ਸਰਕਾਰ ਹੋਵੇ, ਹੁਣ ਪੂਰੇ ਚੰਗੇ ਤਰੀਕੇ ਦੇ ਨਾਲ ਇਹਨਾਂ ਜਿਹੜੇ ਸਿੱਖਾਂ ਨੂੰ ਇੱਥੇ ਬੁਲਾਇਆ, ਸੋ ਇਹਨਾਂ ਦੀ ਮਦਦ ਕਰੇਗੀ। ਸੋ ਇਸੇ ਦੇ ਨਾਲ ਹੀ ਅਸੀਂ ਸੁਨੇਹਾ ਆਪਣੇ ਟੈਲੀਵਿਜ਼ਨ ਦੇ ਰਾਹੀਂ ਵੀ ਦੇਣਾ ਚਾਹੁੰਦੇ ਹਾਂ ਕਿ ਤਾਂ ਪੰਜਾਬ ਟਾਕਸ ਦੀ ਸਮੁੱਚੀ ਟੀਮ ਇਸ ਭਾਈਚਾਰੇ ਦੇ ਨਾਲ ਹੈ। ਕਿਸੇ ਵੇਲੇ ਵੀ ਕਿਸੇ ਤਰੀਕੇ ਦੀ ਵੀ ਇਹਨਾਂ ਨੂੰ ਮਦਦ ਪੈਂਦੀ ਹੈ, ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਸੋ ਜੁੜੇ ਰਹੋ ਦਾ ਪੰਜਾਬ ਟਾਕਸ ਟੈਲੀਵਿਜ਼ਨ ਦੇ ਨਾਲ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਆ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।